सत श्री अकाल। तुसीं पंजाबिस्तान टीवी देख रहे हो। मैं तुहाडे नाल सुखविंदर सिंह। मेरे नाल उगे सिख विद्वान प्रोफैसर बलविंदरपाल सिंह मौजूद ने। सिख सफा दे विच अज एक चर्चा हो रही है कि धर्म तब्दीली दी। जदों जम्मू कश्मीर तो खबर आउंदी है कि उत्थे मुस्लिम जिहड़े लोग ने वो सिख कुड़ियां दे नाल निकाह करवा रहे ने जां सिख कुड़ियां उन्हां दे नाल निकाह करवा रही ने। इहो जी चर्चा है। चर्चा छिड़नी भी लाजमी है क्योंकि सिख जथेबंदियां साडियां जिहड़ियां ने श्रोमणी गुरुद्वारा प्रबंधक कमेटी जां होर जिन्नियां भी धर्म प्रचार कमेटियां ने उन्हां ते सवाल उठदे ने कि आखिरकार कमी कित्थे रह गई, कारण की ने इन्हां गल्लां दे। इन्हां उत्ते पड़चोल जिहड़ी आ इन्हां दी करन दी जरूरत है। बहुत सारे सवाल उठदे ने, उन्हां सारे सवालां दे जवाब असीं कोशिश करांगे कि इस चर्चा दे दौरान उन्हां उत्ते जवाब तलाशण दी कोशिश करिए। स्वागत है तुहाडा प्रोफैसर साहब पंजाबिस्तान टीवी ते। हाँ जी, सत श्री अकाल जी। सत श्री अकाल। प्रोफैसर साहब, सब तो पहला जम्मू कश्मीर दे विच जिहड़ी घटना वापरी है, मैं चाहांगा तुसीं ਉਹਦੇ ਬਾਰੇ थोड़ा दर्शकों ਨੂੰ ਜਾਣਕਾਰੀ ਦਿਓ। ਫਿਰ ਨਾਲੋਂ ਨਾਲ ਸਵਾਲ ਹੋਣਗੇ ਕਿ ਆਖਿਰਕਾਰ ਅਜਿਹੀਆਂ ਘਟਨਾਵਾਂ ਕਿਉਂ ਵਾਪਰਦੀਆਂ ਨੇ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਨਜਿੰਦਰ ਸਿੰਘ ਸਰਸਾ ਜੋ ਪ੍ਰਧਾਨ ਨੇ, ਉਹਨਾਂ ਨੇ ਇਹ ਗੱਲ ਕਹੀ ਹੈ ਕਿ 5 ਦੇ ਕਰੀਬ ਜਿਹੜੀਆਂ ਲੜਕੀਆਂ ਉਹ ਮੁਸਲਮਾਨਾਂ ਨੇ ਜਬਰੀ ਉਧਾਲ ਕੇ ਤੇ ਵਿਆਹ ਲੀਆਂ ਹਨ ਤੇ ਉਹਨਾਂ ਦੀ ਜਿਹੜੀ ਹੈ ਧਰਮ ਤਬਦੀਲੀ ਕਰ ਦਿੱਤੀ ਹੈ। ਇਹ ਬੜਾ ਮਸਲਾ ਉੱਭਰਿਆ ਔਰ ਅਕਾਲ ਤਖਤ ਦੇ ਜਥੇਦਾਰ ਵੱਲੋਂ ਬਿਆਨ ਆਇਆ ਕਿ ਜਿਹੜਾ ਧਰਮ ਤਬਦੀਲੀ ਦਾ ਜਿਹੜਾ ਕਾਨੂੰਨ ਹੈ ਉਹ ਜੰਮੂ ਕਸ਼ਮੀਰ ਤੇ ਵੀ ਲਾਗੂ ਕੀਤਾ ਜਾਵੇ। ਇਸ ਗੱਲ ਦੀ ਨਖੇਧੀ ਕੀਤੀ ਗਈ ਸ਼੍ਰੋਮਣੀ ਕਮੇਟੀ ਵੱਲੋਂ ਵੀ, ਔਰ ਪਰਮਜੀਤ ਸਿੰਘ ਸਰਨਾ ਦਾ ਜਿਹੜਾ ਅਕਾਲੀ ਦਲ ਦਿੱਲੀ ਹੈ ਉਹਦੇ ਵੱਲੋਂ ਵੀ ਨਖੇਧੀ ਕੀਤੀ ਗਈ। ਔਰ ਇੱਕ ਜਿਹੜਾ ਜਿਸ ਨੂੰ ਅਸੀਂ ਗੰਭੀਰਤਾ ਨਾਲ ਲੈਣਾ ਸੀ, ਇਸ ਮਸਲੇ ਨੂੰ ਭਾਈਚਾਰਕ ਤੌਰ ਤੇ ਲੈਣਾ ਸੀ, ਅਸੀਂ ਲਵ ਜਹਾਦ ਦਾ ਇੱਕ ਝੰਡਾ ਚੱਕ ਲਿਆ ਹੈ। ਸਾਰਿਆਂ ਨੇ ਚੱਕ ਲਿਆ ਹੈ। ਇਹਨਾਂ ਜਿਹੜੇ ਬਾਦਲ ਦੇ ਜਿਹੜਾ ਵਰਗ ਹੈ, ਧਾਰਮਿਕ ਵਰਗ, ਉਹਨਾਂ ਨੇ ਇਹ ਝੰਡਾ ਚੱਕ ਲਿਆ ਕਿ ਬੜਾ ਵੱਡਾ ਅਪਰਾਧ ਹੋ ਗਿਆ। ਉਹਨੂੰ ਭਾਈਚਾਰਕ ਸਾਂਝ ਦੇ ਨਾਲ ਨਜਿੱਠਣਾ ਚਾਹੀਦਾ ਸੀ, ਜਿਹਦੀ ਲੋੜ ਸੀਗੀ, ਜਿਹਦੀ ਪ੍ਰਸੰਗਤਾ ਸੀ। ਅਸੀਂ ਹਿੰਦੂ ਤਵੀਆਂ ਵਾਂਗ ਝੰਡੇ ਨਹੀਂ ਚੱਕ ਸਕਦੇ ਕਿਸੇ ਵੀ ਧਰਮ ਦੇ ਖਿਲਾਫ, ਕਿਉਂਕਿ ਜਿਹੜਾ ਸਾਡਾ ਕਲਚਰ ਹੈ, ਜਿਹੜਾ ਸਾਡਾ ਸਿੱਖ ਸੱਭਿਆਚਾਰ ਹੈ, ਉਹ ਨਹੀਂ ਸਿਖਾਉਂਦਾ ਕਿ ਅਸੀਂ ਕਿਸੇ ਧਰਮ ਦੇ ਵਿਰੁੱਧ ਨਫ਼ਰਤ ਫੈਲਾਈਏ ਔਰ ਅਸੀਂ ਸਾਂਝਾਂ ਦੇ ਨਾਲ ਹਰੇਕ ਮਸਲੇ ਨੂੰ ਹੱਲ ਕਰੀਏ। ਅਸਲ ਵਿੱਚ ਮਸਲਾ ਇਹ ਨਹੀਂਗਾ ਕਿ ਸਿੱਖ ਕੁੜੀਆਂ ਧਰਮ ਤਬਦੀਲੀ ਕਰ ਰਹੀਆਂ ਨੇ। ਅਸਲ ਮਸਲਾ ਕੁਝ ਹੋਰ ਹੈ ਕਿ ਜਿਹੜੇ ਅੱਜ ਕੱਲ੍ਹ ਜਿਹੜਾ ਮਾਡਰਨ ਯੁੱਗ ਹੈ, ਜਿਹਦੇ ਵਿੱਚ ਜਿਹੜੀਆਂ ਲੜਕੀਆਂ ਨੇ ਉਹ ਆਪਣੇ ਸੱਭਿਆਚਾਰ ਤੋਂ ਦੂਰ ਹੋ ਚੁੱਕੀਆਂ ਨੇ। ਨੌਜਵਾਨ ਪੀੜ੍ਹੀ ਜਿਹੜੀ ਹੈ ਸਿੱਖਾਂ ਦੀ, ਉਹ ਸੱਭਿਆਚਾਰ ਤੋਂ ਦੂਰ ਹੋ ਚੁੱਕੀ ਹੈ। ਮਾਂ-ਬਾਪ ਜਿਹੜੇ ਨੇ ਉਹ ਫਿਲਮਾਂ ਵਿੱਚ, ਕਲੱਬ ਕਲਚਰ ਵਿੱਚ ਔਰ ਆਪਣੇ ਮੋਬਾਈਲ ਕਲਚਰ ਵਿੱਚ, ਆਪਣੇ ਦਫ਼ਤਰੀ ਕਾਰਜਾਂ ਵਿੱਚ ਰੁੱਝੇ ਹੋਏ ਨੇ, ਜਿਹਦੇ ਕਰਕੇ ਉਹ ਆਪਣੇ ਬੱਚਿਆਂ ਵੱਲ ਧਿਆਨ ਨਹੀਂ ਦੇ ਸਕਦੇ। ਦਾਦੀ ਦਾਦਾ, ਨਾਨਾ ਨਾਨੀ ਤੋਂ ਨਿਰਲੇਪ ਜਿਹੜੀ ਸਾਡੀ ਸਿੱਖ ਨੌਜਵਾਨ ਸ਼੍ਰੇਣੀ ਹੈ, ਉਹ ਆਪਣੇ ਗੁਰਦੁਆਰੇ ਤੋਂ ਪਰੇ ਹਟ ਚੁੱਕੀ ਹੈ, ਉਹ ਆਪਣੇ ਸੱਭਿਆਚਾਰ ਤੋਂ ਪਰੇ ਹਟ ਚੁੱਕੀ ਹੈ, ਜਿਹਦੇ ਕਾਰਨ ਉਹਨਾਂ ਨੂੰ ਇਹ ਨਹੀਂ ਜਾਪਦਾ ਕਿ ਇਹ ਕੋਈ ਗਲਤ ਕੰਮ ਹੈ। ਅਸੀਂ ਕਿਸੇ ਧਰਮ ਵਿੱਚ ਵੀ ਵਿਆਹ ਕਰਾ ਸਕਦੇ ਹਾਂ, ਕੋਈ ਵੀ ਧਰਮ ਅਪਣਾ ਲੈਂਦੇ ਹਾਂ, ਸਾਰੇ ਧਰਮ ਸਾਂਝੇ ਹੁੰਦੇ ਨੇ। ਇਹੋ ਜਿਹੀਆਂ ਗੱਲਾਂ ਉਹਨਾਂ ਦੇ ਦਿਮਾਗ ਦੇ ਵਿੱਚ ਮਾਡਰਨ ਕਲਚਰ ਨੇ ਭਰ ਦਿੱਤੀਆਂ ਨੇ, ਜਿਹਦੇ ਕਰਕੇ ਸਿੱਖ ਲੜਕੀਆਂ ਔਰ ਸਿੱਖ ਲੜਕੇ ਹਿੰਦੂ ਪਰਿਵਾਰਾਂ ਵਿੱਚ ਵੀ ਵਿਆਹ ਕਰਾ ਰਹੇ ਨੇ, ਬੰਗਾਲੀ ਜਾਂ ਰਾਜਸਥਾਨੀ ਜਾਂ ਹੋਰ ਵਿੱਚ ਵੀ ਕਰਾ ਰਹੇ, ਅੰਗਰੇਜ਼ਾਂ ਨਾਲ ਵੀ ਸਾਡੇ ਰਿਸ਼ਤੇ ਹੋ ਰਹੇ, ਕਾਲਿਆਂ ਨਾਲ ਵੀ ਸਾਡੇ ਰਿਸ਼ਤੇ ਹੋ ਰਹੇ ਆ। ਇੱਕ ਤਰ੍ਹਾਂ ਦਾ ਇਹ ਇੱਕ ਗੰਭੀਰ ਮਸਲਾ ਹੈ। ਇਸੇ ਤਰ੍ਹਾਂ ਹੀ ਮੈਂ ਜਿਹੜਾ ਮੁਸਲਮਾਨੀ ਢੰਗ ਦੇ ਨਾਲ ਮੁਸਲਮਾਨੀ ਸੱਭਿਆਚਾਰ ਵਿੱਚ ਸ਼ਾਮਲ ਹੋਈਆਂ ਲੜਕੀਆਂ ਨੂੰ ਵੀ ਇਸ ਪ੍ਰਸੰਗ ਦੇ ਵਿੱਚ ਦੇਖਦਾ ਹਾਂ ਕਿ ਇਹ ਮਾਡਰਨ ਸੱਭਿਆਚਾਰ ਜਿਹੜਾ ਹੈ ਉਹ ਸਿੱਖ ਧਰਮ ਦੇ ਲਈ ਚੈਲੰਜ ਬਣਿਆ। ਜੇਕਰ ਈਸਾਈ ਸਾਡੇ ਧਰਮ ਦੇ ਉੱਤੇ ਧਰਮ ਬਦਲੀ ਕਰਾਉਂਦੇ ਨੇ, ਕੀ ਉਹਨਾਂ ਲਈ ਡੰਡੇ ਚੱਕ ਲਈਏ? ਜੇ ਮੁਸਲਮਾਨ ਕਰਾਉਂਦੇ ਉਹਨਾਂ ਵਿਰੁੱਧ ਡੰਡੇ ਚੱਕ ਲਈਏ? ਜੇ ਹਿੰਦੂ ਭਾਈਚਾਰਾ ਦੇ ਨਾਲ ਸਾਡੀਆਂ ਲੜਕੀਆਂ ਵਿਆਹੀਆਂ ਜਾਂਦੀਆਂ, ਕੀ ਉਹਨਾਂ ਲਈ ਡੰਡੇ ਚੱਕ ਲਈਏ? ਗੱਲ ਤਾਂ ਕਿਤੇ ਇਹ ਹੈ ਕਿ ਵੀ ਅਸੀਂ ਆਪਣੇ ਅੰਦਰ ਝਾਤ ਮਾਰੀਏ ਕਿ ਚੋਰ ਮੋਰੀਆਂ ਕਿੱਥੇ ਨੇ, ਜਿਹਦੇ ਨਾਲ ਸਾਡਾ ਸੱਭਿਆਚਾਰ ਬੁਲੰਦ ਹੋ ਸਕੇ। ਜੀ ਪ੍ਰੋਫੈਸਰ ਸਾਹਿਬ, ਮੈਂ ਇੱਥੇ ਸਵਾਲ ਕਰਨਾ ਸੀ। ਤੁਸੀਂ ਕਿਹਾ ਕਿ ਕਿਤੇ ਅਸੀਂ ਗੋਰਿਆਂ ਦੇ ਨਾਲ ਜਾਂ ਕਾਲਿਆਂ ਦੇ ਨਾਲ
ਵਿਆਹ ਸ਼ਾਦੀਆਂ ਹੋ ਰਹੀਆਂ ਨੇ ਬਾਹਰਲੇ ਮੁਲਕਾਂ ਦੇ ਵਿੱਚ, ਜਦੋਂ ਸਾਡਾ ਕੋਈ ਨੌਜਵਾਨ ਕਿਸੇ ਗੋਰੀ ਨੂੰ ਵਿਆਹ ਕੇ ਲਿਆਉਂਦਾ ਹੈ ਤਾਂ ਬਹੁਤ ਚਰਚਾ ਹੁੰਦੀ ਹੈ। ਉੱਥੇ ਉੱਥੇ ਨਹੀਂ ਇਹ ਗੱਲ ਹੁੰਦੀ ਕਿ ਉਹ ਈਸਾਈ ਧਰਮ ਦੀ ਹੈ ਜਾਂ ਕਿਸ ਦੀ ਹੈ, ਜਾਂ ਸਾਡੀ ਕੋਈ ਨੌਜਵਾਨ ਲੜਕੀ ਕੋਈ ਬਾਹਰਲੇ ਮੁਲਕ 'ਚ ਕਿਸੇ ਗੋਰੇ ਨਾਲ ਵਿਆਹ ਕਰਦੀ ਹੈ, ਉਦੋਂ ਨਹੀਂ ਇਹ ਗੱਲ ਹੁੰਦੀ। ਇਹ ਗੱਲਾਂ ਸਾਡੇ ਮੁਲਕ ਦੇ ਵਿੱਚ, ਭਾਰਤ ਦੇ ਵਿੱਚ ਹੀ ਕਿਉਂ ਹੁੰਦੀਆਂ? ਇੱਥੇ ਉਹ ਗੱਲ, ਉਹ ਮੁੱਦਾ ਜਿਹੜਾ ਉਹ ਇੱਕ ਲਵ ਜਿਹਾਦ ਵਾਂਗੂ ਜਾਂ ਸਿੱਖਾਂ ਦਾ ਮੁਸਲਮਾਨਾਂ ਨਾਲ ਟਕਰਾਅ ਵਾਂਗੂ ਕਿ ਕਿਉਂ ਹੋ ਗਿਆ, ਕਾਰਨ ਕੀ ਹੈ ਇਹਦਾ, ਇਹੋ ਜਿਹਾ ਰੌਲਾ ਕਿਉਂ ਪਾਇਆ ਜਾਂਦਾ? ਸਾਨੂੰ ਉਧਰ ਵੀ ਘੋਖਣ ਦੀ ਲੋੜ ਹੈ। ਜਿਵੇਂ ਤੁਸੀਂ ਕਿਹਾ ਕਿ ਕਈ ਇਹੋ ਜਿਹੇ ਪਰਿਵਾਰ ਨੇ ਜਿਨ੍ਹਾਂ ਦੇ ਵਿੱਚ ਸਿੱਖ ਪਰਿਵਾਰਾਂ 'ਚ ਹਿੰਦੂ ਬੀਬੀਆਂ ਆਈਆਂ ਹੋਈਆਂ, ਕਈ ਪਰਿਵਾਰ ਇਹੋ ਜਿਹੇ ਨੇ ਜਿੱਥੇ ਕਿ ਹਿੰਦੂ ਬੀਬੀਆਂ ਦੇ ਪਰਿਵਾਰ 'ਚ, ਹਿੰਦੂ ਪਰਿਵਾਰਾਂ ਦੇ ਵਿੱਚ ਸਿੱਖ ਕੁੜੀਆਂ ਵੀ ਗਈਆਂ ਹੋਈਆਂ। ਇਸ ਤਰ੍ਹਾਂ ਦੇ ਮਾਮਲੇ ਵੀ ਨੇ, ਪਰ ਇਸ ਮਸਲੇ ਨੂੰ ਇੰਨੇ ਵੱਡੇ ਪੱਧਰ ਦੇ ਉੱਤੇ ਹਾਈਲਾਈਟ ਕਰਨਾ ਕੀ ਦੇਖਦੇ ਹੋ? ਦੇਖੋ, ਜਿੰਨੇ ਇੰਨਾ ਵੱਡੇ ਪੱਧਰ ਤੇ ਧਾਰਮਿਕ ਬਾਦਲੀ ਲੀਡਰਸ਼ਿਪ ਵੱਲੋਂ ਉਭਾਰਨਾ ਇੱਕ ਤਰ੍ਹਾਂ ਦੀ ਸਿੱਖ ਕੌਮ ਨੂੰ, ਸਿੱਖ ਪੰਥ ਨੂੰ ਨਮੋਸ਼ੀ ਦੇਣ ਵਾਲੀ ਗੱਲ ਹੈ। ਔਰ ਇਹ ਕੋਈ ਜਿਹੜੀ ਹੈ ਇੱਕ ਤਰ੍ਹਾਂ ਦੀ ਇਹਦੇ ਵਿੱਚ ਸਿਆਸਤ ਝਲਕ ਰਹੀ ਹੈ। ਔਰ ਸਿੱਖ ਧਰਮ ਨੂੰ ਇਹ ਇਸ ਗੱਲ ਤੋਂ ਧਿਆਨ ਦੇਣਾ ਚਾਹੀਦਾ ਹੈ ਕਿ ਅਸਲ ਮਸਲੇ ਕੀ ਨੇ। ਉਹਨਾਂ ਮਸਲਿਆਂ ਨੂੰ ਅਸੀਂ ਸੰਗਤੀ ਪੱਧਰ ਤੇ ਅਸੀਂ ਹੱਲ ਕਿਵੇਂ ਕਰਨਾ। ਜਿੰਨਾ ਚਿਰ ਤੱਕ ਅਸੀਂ ਆਪਣੇ ਅੰਤਰ ਝਾਤ ਨਹੀਂ ਮਾਰਦੇ ਕਿ ਸਾਡੇ ਪਰਿਵਾਰ ਸਿੱਖ ਸੱਭਿਆਚਾਰ ਤੋਂ ਟੁੱਟ ਕਿਉਂ ਰਹੇ ਨੇ, ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਤੋਂ ਟੁੱਟ ਕਿਉਂ ਰਹੇ ਨੇ, ਸਾਡੇ ਜਿਹੜੇ ਨੌਜਵਾਨ ਵਰਗ ਹੈ ਆਪਣੇ ਆਪ ਤੇ ਇਹ ਮਾਣ ਕਿਉਂ ਨਹੀਂ ਮਹਿਸੂਸ ਕਰਦਾ ਕਿ ਅਸੀਂ ਗੁਰੂ ਪੁੱਤਰ ਆ। ਔਰ ਸਾਡਾ ਬਾਪੂ ਜਿਹੜਾ ਹੈ ਉਹ ਗੁਰੂ ਗੋਬਿੰਦ ਸਿੰਘ ਹੈ, ਸਾਡੀ ਜਿਹੜੀ ਹੈ ਜਨਮ ਭੂਮੀ ਆਨੰਦਪੁਰ ਹੈ, ਔਰ ਸਾਡੀ ਮਾਤਾ ਸਾਹਿਬ ਕੌਰ ਹੈ, ਤੇ ਅਸੀਂ ਉਹਨਾਂ ਦੀ ਗੋਦ ਵਿੱਚ ਆਨੰਦ ਮਾਣਨਾ ਹੈ। ਜਿੰਨਾ ਚਿਰ ਤੱਕ ਇਹ ਜਿਹੜਾ ਸਾਥ ਸਿੱਖ ਯੂਥ ਨੂੰ ਨਹੀਂ ਹੁੰਦਾ, ਉਹਨਾਂ ਚਿਰ ਤੱਕ ਇਹੋ ਜਿਹੇ ਮਸਲੇ ਜਿਹੜੇ ਨੇ ਉਹ ਦਰਪੇਸ਼ ਰਹਿਣਗੇ। ਹੁਣ ਜਿਹੜਾ ਈਸਾਈ ਕਰਨ ਦਾ ਮਸਲਾ ਹੈ, ਬੜੀ ਵੱਡੀ ਪੱਧਰ ਤੇ ਪੰਜਾਬ ਵਿੱਚ ਫੈਲਿਆ ਹੋਇਆ ਹੈ, ਜਿਹਦੇ ਵਿੱਚ ਜਿਹੜਾ ਵੰਚਿਤ ਸਿੱਖ ਭਾਈਚਾਰਾ, ਜਿਹਨੂੰ ਅਸੀਂ ਗਰੀਬ ਭਾਈਚਾਰਾ ਕਹਿ ਦਿੰਦੇ ਆ, ਕਿ ਜਿਹੜਾ ਦਲਤਾਂ ਤੋਂ ਸਿੱਖ ਬਣਿਆ ਹੋਇਆ ਹੈ, ਉਹ ਅੱਜ ਧਰਮ ਤਬਦੀਲੀ ਕਰਕੇ ਜਿਹੜਾ ਹੈ ਉਹ ਈਸਾਈ ਬਣ ਰਿਹਾ ਹੈ। ਉਹ ਸਮੱਸਿਆ ਸ਼੍ਰੋਮਣੀ ਕਮੇਟੀ ਨੂੰ ਨਹੀਂ ਦਿਖਾਈ ਦੇ ਰਹੀ, ਉਹ ਅਕਾਲ ਤਖਤ ਦੇ ਜਥੇਦਾਰ ਨੂੰ ਨਹੀਂ ਦਿਖਾਈ ਦੇ ਰਹੀ, ਉਹ ਸਾਡੀ ਧਾਰਮਿਕ ਲੀਡਰਸ਼ਿਪ ਨੂੰ ਨਹੀਂ ਦਿਖਾਈ ਦੇ ਰਹੀ। ਵੀ ਕਾਰਨ ਕੀ ਨੇ ਕਿ ਸਾਡਾ ਜਿਹੜਾ ਪ੍ਰਚਾਰ ਹੈ ਪਿੰਡਾਂ ਵਿੱਚ ਬਹੁਤ ਘਟ ਚੁੱਕਾ ਹੈ। ਔਰ ਪਿੰਡਾਂ ਵਿੱਚ ਤੁਸੀਂ ਜਾ ਕੇ ਆਪ ਐਨਾਲਿਸਿਸ ਕਰੋ ਕਿ ਪਿੰਡਾਂ ਦੇ ਵਿੱਚ ਕੋਈ ਵੀ ਜਿਹੜਾ ਹੈ ਪ੍ਰਚਾਰਕ ਉਹ ਨਹੀਂ ਜਾਂਦਾ, ਉਹ ਧਰਮ ਪ੍ਰਚਾਰ ਨਹੀਂ ਕਰਦਾ। ਗੁਰਦੁਆਰੇ ਜਿਹੜੀ ਸੰਗਤ ਤੋਂ ਬਿਨਾਂ ਖਾਲੀ ਪਏ ਹੋਏ ਨੇ। ਔਰ ਜਿਹੜੀ ਈਸਾਈ ਕਮਿਊਨਿਟੀ ਹੈ ਉਹ ਆਪਣੀ ਜਿਹੜੀ ਹੈ ਉਹ ਸੰਗਤ ਵੀ ਸਿਰਜ ਰਹੀ ਹੈ, ਉਹ ਆਪਣੀ ਜਿਹੜੀਆਂ ਆਪਣੀ ਇਕੱਠੇ ਹੋ ਕੇ ਆਪਣਾ ਉਹ ਸਮਾਗਮ ਵੀ ਕਰਦੀ ਹੈ, ਔਰ ਲੋਕਾਂ ਨੂੰ ਆਪਣੇ ਨਾਲ ਜੋੜਦੀ ਹੈ, ਹੈਲਪ ਵੀ ਕਰਦੀ ਹੈ ਇੱਕ ਦੂਜੇ ਦੇ ਨਾਲ। ਚਮਤਕਾਰਾਂ ਦੇ ਰਾਹੀਂ ਉਹ ਸਭ ਕੁਝ ਕਰ ਵੀ ਰਹੀ ਹੈ ਕਿ ਅਸੀਂ ਚਮਤਕਾਰਾਂ ਰਾਹੀਂ ਇਲਾਜ ਕਰਦੇ ਹਾਂ, ਈਸਾ ਮਸੀਹ ਬੜਾ ਮਹਾਨ ਹੈ ਤੇ ਉਹ ਸਭ ਨੂੰ ਦੇਣ ਵਾਲਾ ਹੈ ਕਿ ਤੁਸੀਂ ਆਪਣਾ ਧਰਮ ਛੱਡ ਕੇ ਸਾਡੇ ਧਰਮ ਵਿੱਚ ਆਓ। ਇਹ ਉਹਨਾਂ ਦਾ ਇੱਕ ਢੰਗ ਹੈ ਆਪਣੇ ਧਰਮ ਨਾਲ ਜੋੜਨ ਦਾ। ਤੇ ਸਾਡਾ ਇੱਕ ਢੰਗ ਹੈ ਕਿ ਅਸੀਂ ਧਰਮ ਬਦਲੀ ਨਹੀਂ ਕਰਾਂਦੇ, ਸਿੱਖ ਧਰਮ ਵਾਲੇ ਧਰਮ ਬਦਲੀ ਨਹੀਂ ਕਰਾਂਦੇ। ਸਿੱਖ ਜਿਹੜਾ ਹੈ ਗੁਣਾਂ ਦਾ ਵਪਾਰੀ ਹੈ। ਗੁਰੂ ਸਾਹਿਬ ਨੇ ਸਾਨੂੰ ਗੁਣ ਦਿੱਤੇ ਨੇ ਕਿ ਮੇਰਾ ਸਿੱਖ ਜਿਹੜਾ ਹੈ ਉਹ ਮਨੁੱਖਤਾ ਦਾ ਸੇਵਾਦਾਰ ਹੋਵੇ, ਉਹਦਾ ਇੱਕ ਕਿਰਦਾਰ ਬਹੁਤ ਉੱਚਾ ਸੁੱਚਾ ਹੋਵੇ। ਔਰ ਜਿੰਨਾ ਚਿਰ ਤੱਕ ਅਸੀਂ ਆਪਣੇ ਉੱਚ ਕਿਰਦਾਰ ਨੂੰ ਨਹੀਂ ਮਾਪਦੇ, ਇਹ ਧਰਮ ਤਬਦੀਲੀਆਂ ਤੁਹਾਡੇ ਦੇ ਲਈ ਸਮੱਸਿਆ ਬਣਦੀਆਂ ਰਹਿਣਗੀਆਂ। ਤੁਹਾਡੀਆਂ ਲੜਕੀਆਂ ਔਰ ਤੁਹਾਡੇ ਲੜਕੇ ਉਹ ਦੂਜੇ ਧਰਮਾਂ ਵਿੱਚ ਵੀ ਵਿਆਹੇ ਜਾਣਗੇ, ਕਿਉਂਕਿ ਮਾਡਰਨ ਸੱਭਿਆਚਾਰ ਹੈ। ਅਸੀਂ ਇੱਕ ਦੂਜੇ ਦੇ ਨਾਲ ਕੰਮ ਕਰਦੇ ਹਾਂ, ਪ੍ਰਭਾਵਿਤ ਹੁੰਦੇ ਹਾਂ, ਤੇ ਇੱਕ ਦੂਜੇ ਨਾਲ ਸੰਗ ਸਾਥ ਹੋ ਕੇ ਵਿਆਹ ਦੀ ਵੀ ਜਿਹੜੀ ਆ ਗੱਲ ਤੁਰ ਪੈਂਦੀ ਹੈ, ਅਸੀਂ ਉਹਨਾਂ ਵਿੱਚ ਵਿਆਹੇ ਵੀ ਜਾਂਦੇ ਹਾਂ। ਇਹ ਬੜੀਆਂ ਸਮੱਸਿਆ ਜਿਹੜੀਆਂ ਆ ਰਹੀਆਂ ਨੇ, ਇਹਦਾ ਹੱਲ ਹੀ ਜਿਹੜਾ ਗੁਰਮਤ ਭਾਈਚਾਰਾ, ਗੁਰਮਤ ਸੱਭਿਆਚਾਰ, ਗੁਰਮਤ ਸੋਝੀ ਹੈ। ਔਰ ਜਿੰਨਾ ਚਿਰ ਤੱਕ ਸਾਡੇ ਪਰਿਵਾਰਾਂ ਦੇ ਵਿੱਚ ਨਹੀਂ ਆਉਂਦੀ, ਅਸੀਂ ਗੁਰਦੁਆਰੇ ਸੰਗਤ ਦੇ ਰੂਪ ਵਿੱਚ ਨਹੀਂ ਜੁੜਦੇ, ਇਹਨਾਂ ਸਮੱਸਿਆਵਾਂ ਨੂੰ ਠੀਕ ਢੰਗ ਨਾਲ ਨਹੀਂ ਵਿਚਾਰਦੇ, ਇਹੋ ਜਿਹੀਆਂ ਦਰਪੇਸ਼ ਸਮੱਸਿਆਵਾਂ ਸਿੱਖ ਧਰਮ ਨੂੰ ਔਰ ਸਿੱਖ ਪੰਥ ਨੂੰ ਆਉਂਦੀਆਂ ਹੀ ਰਹਿਣਗੀਆਂ। ਬਿਲਕੁਲ ਬਿਲਕੁਲ। ਪ੍ਰੋਫੈਸਰ ਸਾਹਿਬ, ਇਹਦੇ ਵਿੱਚ ਤੁਸੀਂ ਜਦੋਂ ਸ਼ੁਰੂ ਦੇ ਵਿੱਚ ਕਿਹਾ ਸੀ ਕਿ ਧਰਮ ਤਬਦੀਲੀ ਕਾਨੂੰਨ ਦੀ ਮੰਗ ਉੱਠੀ, ਜਥੇਦਾਰ ਸਾਹਿਬ ਨੇ ਕਿਹਾ, ਇਹ ਕਾਨੂੰਨ ਕਿੱਥੋਂ ਤੱਕ ਜਾਇਜ਼ ਹੈ? ਕੀ ਇਹ ਸਿੱਖਾਂ ਨੂੰ ਪ੍ਰਵਾਨਿਤ ਹੋਵੇਗਾ? ਕੀ ਉਹਦੇ ਵਿੱਚ ਆਪਣੇ ਵੱਲੋਂ ਇਹਨਾਂ ਨੇ ਕੋਈ ਮੱਦ ਰੱਖਣੀ ਹੈ ਕਿ ਇਸ ਤਰੀਕੇ ਦੇ ਨਾਲ ਇਸ ਕਾਨੂੰਨ ਦੇ ਵਿੱਚ ਸਾਡੀਆਂ ਆਹ ਮੰਗਾਂ ਰੱਖੀਆਂ ਜਾਣ? ਜੇ ਸਰਕਾਰ ਨੇ ਉਹ ਕਾਨੂੰਨ ਕੇਂਦਰ ਨੇ ਥੋਪ ਦਿੱਤਾ ਤਾਂ ਉਹਦੇ ਉੱਤੇ ਵੀ ਕੀ ਲੱਗਦਾ ਹੈ ਕਿ ਇਹ ਮਤਲਬ ਕਿ ਸਿੱਖ ਧਰਮ ਦੇ ਜਾਂ
ਸਿੱਖ ਰੋਹ ਰੀਤਾਂ ਦੇ, ਸਿੱਖ ਰਹਿਤ ਮਰਿਆਦਾ ਦੇ ਫਿੱਟ ਬੈਠੇਗਾ? ਦੇਖੋ, ਪਹਿਲੀ ਗੱਲ ਹੈ ਕਿ ਧਰਮ ਦਾ ਮਸਲਾ ਮਨੁੱਖ ਦਾ ਨਿੱਜੀ ਮਸਲਾ ਹੈ ਕਿ ਉਸਨੇ ਕਿਹੜੇ ਧਰਮ ਵਿੱਚ ਜਾਣਾ। ਉਸਨੂੰ ਜਬਰੀ ਨਹੀਂ ਰੋਕਿਆ ਜਾ ਸਕਦਾ। ਧਰਮ ਆਜ਼ਾਦੀ ਦਾ ਮਸਲਾ ਹੈ, ਧਰਮ ਗੁਲਾਮੀ ਦਾ ਮਸਲਾ ਨਹੀਂ ਕਿ ਜਿਹੜੇ ਧਰਮ ਵਿੱਚ ਤੁਸੀਂ ਜੰਮੇ ਹੋ ਉਹ ਕੁਝ ਤੁਸੀਂ ਉਹਦੇ ਵਿੱਚ ਹੀ ਰਹਿਣਾ। ਡਾਕਟਰ ਅੰਬੇਦਕਰ ਨੇ ਕਿਹਾ ਕਿ ਮੈਂ ਹਿੰਦੂ ਧਰਮ ਵਿੱਚ ਜੰਮਿਆ ਹਾਂ ਪਰ ਮੈਂ ਹਿੰਦੂ ਧਰਮ ਵਿੱਚ ਮਰਾਂਗਾ ਨਹੀਂ। ਉਹਨਾਂ ਦਾ ਜਿਹੜੀ ਇਹ ਥਾਟ ਹੈ, ਉਹਨਾਂ ਦਾ ਵਿਚਾਰ ਹੈ, ਬਿਲਕੁਲ ਸਪਸ਼ਟ ਔਰ ਸਾਫ਼ ਸੁਥਰਾ ਹੈ। ਇਹੀ ਗੁਰੂ ਸਾਹਿਬਾਨ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਧਰਮ ਜਿਹੜਾ ਹੈ ਉਹ ਆਜ਼ਾਦੀ ਦਾ ਮਸਲਾ ਹੈ। ਅਸੀਂ ਕਿਸੇ ਨੂੰ ਫੜ ਕੇ ਬਿਠਾ ਨਹੀਂ ਸਕਦੇ ਕਿ ਤੂੰ ਸਿੱਖ ਧਰਮ ਵਿੱਚ ਹੀ ਰਹਿ। ਉਹਦਾ ਮਸਲਾ ਹੈ ਕਿ ਉਹਨੇ ਧਰਮ ਵਿੱਚ ਰਹਿਣਾ ਜਾਂ ਨਹੀਂ ਰਹਿਣਾ, ਉਹਨੂੰ ਸਿੱਖ ਧਰਮ ਪਸੰਦ ਹੈ ਜਾਂ ਨਹੀਂ ਪਸੰਦ ਹੈ। ਜੇ ਨਹੀਂ ਪਸੰਦ ਹੈ ਚਲਾ ਜਾਵੇ, ਇਹਦੇ ਵਿੱਚ ਦਿੱਕਤ ਕੀ ਹੈ? ਅਸੀਂ ਜਬਰੀ ਕਿਸੇ ਨੂੰ ਆਪਣੇ ਧਰਮ ਵਿੱਚ ਸ਼ਾਮਲ ਨਹੀਂ ਕਰ ਸਕਦੇ। ਪਰ ਜੇਕਰ ਇਹਨੂੰ ਕਾਨੂੰਨੀ ਬਣਾਤਾ ਜਾਂਦਾ ਕਿ ਜਿਹੜੇ ਧਰਮ ਵਿੱਚ ਜੰਮਿਆ ਹੈ ਉਸੇ ਧਰਮ ਵਿੱਚ ਰਹਿਣਾ ਚਾਹੀਦਾ ਹੈ, ਮੈਂ ਇਹ ਸਮਝਣਾ ਕਿ ਇਹੋ ਜਿਹਾ ਧਰਮ ਜੇਕਰ ਗੁਲਾਮੀ ਤੁਹਾਨੂੰ ਪਰੋਸਦਾ ਹੈ ਤੇ ਇਹੋ ਜਿਹੇ ਧਰਮ ਦਾ ਕੋਈ ਫਾਇਦਾ ਨਹੀਂਗਾ। ਇਹੋ ਜਿਹੇ ਧਰਮ ਨੂੰ ਅਡਾਪਟ ਕਰਨ ਦਾ ਵੀ ਕੋਈ ਫਾਇਦਾ ਨਹੀਂਗਾ। ਔਰ ਜਿਹੜਾ ਧਰਮ ਹੈ ਉਹ ਮਨੁੱਖ ਦੀ ਆਜ਼ਾਦੀ ਨੂੰ ਪ੍ਰਗਟ ਕਰਦਾ ਹੈ ਤੇ ਗੁਰਬਾਣੀ ਇਹ ਕਹਿੰਦੀ ਜੇ ਜੀਵੇ ਪਤ ਲੱਥੀ ਜਾਏ ਸਭ ਕੁਛ ਹਰਾਮ ਜੇਤਾ ਕਿਛ ਖਾਏ। ਜੇਕਰ ਗੁਲਾਮੀ 'ਚ ਰਹਿ ਕੇ ਜੇਕਰ ਤੁਸੀਂ ਆਪਣਾ ਖਾਣਾ ਪੀਂਦੇ ਹੋ, ਖਾਂਦੇ ਪੀਂਦੇ ਹੋ, ਰਹਿੰਦੇ ਸਹਿੰਦੇ ਹੋ ਤਾਂ ਇਹ ਸਭ ਕੁਝ ਹਰਾਮ ਹੈ। ਆਜ਼ਾਦੀ ਨਾਲ ਹੀ ਰਹਿਣਾ ਜਿਹੜਾ ਹੈ ਉਹ ਧਰਮ ਬਣਦਾ ਹੈ। ਸਿੱਖ ਧਰਮ ਤੁਹਾਨੂੰ ਆਜ਼ਾਦੀ ਦਿੰਦਾ ਹੈ ਔਰ ਉਹ ਇਹੋ ਜਿਹੇ ਕਾਨੂੰਨਾਂ ਦੀ ਹਮਾਇਤ ਨਹੀਂ ਕਰ ਸਕਦਾ। ਔਰ ਜਿਹੜਾ ਗੁਰਬਾਣੀ ਸੱਭਿਆਚਾਰ ਹੈ, ਗੁਰੂ ਦਾ ਥਾਟ ਹੈ, ਉਹ ਇਹੋ ਜਿਹੇ ਧਾਰਮਿਕ ਕਾਨੂੰਨਾਂ ਦੀ ਹਮਾਇਤ ਨਹੀਂ ਕਰ ਸਕਦਾ ਜਿਹੜਾ ਮਨੁੱਖ ਨੂੰ ਇੱਕ ਬੰਧਨ ਵਿੱਚ ਪਾ ਦੇ। ਔਰ ਗੁਰਮਤ ਜਿਹੜੀ ਹੈ ਖੁੱਲਾ ਦਿੰਦੀ ਹੈ ਕਿ ਮਨੁੱਖ ਉੱਡੇ, ਧਰਮ ਵਿੱਚ ਉੱਡੇ ਔਰ ਉਹ ਕਿਸੇ ਵੀ ਧਰਮ ਨੂੰ ਅਪਣਾਏ ਪਰ ਇੱਕ ਚੰਗਾ ਮਨੁੱਖ ਬਣੇ। ਉਹ ਜਿਹੜੀ ਗੁਰੂ ਸਾਹਿਬ ਦੀ ਜਿਹੜੀ ਹੈ ਵਿਚਾਰ ਹੈ ਬੜੇ ਸਪਸ਼ਟ ਨੇ। ਸੋ ਇਸ ਲਈ ਜਿਹੜਾ ਧਰਮ ਬਦਲੀ ਦੇ ਕਾਨੂੰਨ ਨੇ ਇਹ ਬਿਲਕੁਲ ਗਲਤ ਨੇ ਤੇ ਇਸ ਦੀ ਜਿਹੜੀ ਹੈ ਇਹ ਭਾਰਤੀ ਸੰਵਿਧਾਨ ਦੇ ਵੀ ਉਲਟ ਨੇ। ਸੋ ਸਾਨੂੰ ਇਸ ਦੀ ਗੱਲ ਦੀ ਬਿਲਕੁਲ ਹਮਾਇਤ ਨਹੀਂ ਕਰਨੀ ਚਾਹੀਦੀ। ਮਸਲਨ ਕਿ ਅਸੀਂ ਸਾਡੇ ਕੋਲ ਸਿਕਲੀਗਰ ਨੇ, ਬੰਜਾਰੇ ਨੇ, ਉਹ ਇੱਕ ਕਬੀਲਿਆਂ ਵਿੱਚ ਬੰਨ ਦਿੱਤੇ ਗਏ ਨੇ। ਉਹਨਾਂ ਨੂੰ ਸਿੱਖ ਧਰਮ ਨਹੀਂ ਉਲੀਕਿਆ ਗਿਆ ਜਦ ਕਿ ਸਾਰੇ ਨਾਨਕ ਪੰਥੀ ਨੇ ਗੁਰੂ ਮਤ ਵਿਚਾਰਧਾਰਾ ਅਨੁਸਾਰ ਪ੍ਰਚਾਰ ਕਰਦੇ ਨੇ। ਉਹ ਸਿੱਖ ਧਰਮ ਵਿੱਚ ਆਣਾ ਵੀ ਚਾਹੁੰਦੇ ਨੇ ਪਰ ਉਹ ਜੇਕਰ ਅਸੀਂ ਇਹ ਧਰਮ ਬਦਲੀ ਕਾਨੂੰਨ ਨੂੰ ਮੰਨ ਲੈਂਦੇ ਹਾਂ ਤੇ ਉਹ ਸਾਰਾ ਜਿਹੜਾ ਵਿਕਾਸ ਹੈ, ਜਿਹੜਾ ਸਿੱਖ ਧਰਮ ਵਿੱਚ ਆਣਾ ਹੈ, ਸਾਡੇ ਜਿਹੜੇ ਪੁਰਾਣੇ ਸੰਗੀ ਸਾਥੀ ਨੇ ਜਿਹੜੀ ਸੰਗਤ ਤੋਂ ਦੂਰ ਹੋ ਚੁੱਕੇ ਨੇ ਉਹਨਾਂ ਅੱਗੇ ਰੁਕਾਵਟ ਪੇਸ਼ ਆਏਗੀ। ਹੁਣ ਜਿਹੜਾ ਕਿਸਾਨੀ ਮਸਲੇ ਕਾਰਨ ਜਿਹੜਾ ਜਾਟ ਭਾਈਚਾਰਾ ਸਿੱਖ ਧਰਮ ਵੱਲ ਝੁਕਿਆ ਆ ਰਿਹਾ, 200-300 ਦੇ ਕਰੀਬ ਤੋਂ ਵੱਧ ਜਿਹੜੇ ਲੋਕ ਨੇ ਉਹ ਸਿੱਖ ਧਰਮ ਨੂੰ ਗ੍ਰਹਿਣ ਕਰ ਚੁੱਕੇ ਨੇ, ਤਾਂ ਉਹ ਵੀ ਜਿਹੜਾ ਪਸਾਰਾ ਰੁਕ ਜਾਏਗਾ। ਇਹ ਇੱਕ ਮੂਰਖਤਾ ਹੈ ਕਿ ਜੇਕਰ ਸਿੱਖ ਧਰਮ ਦੇ ਪ੍ਰਚਾਰਕਾਂ ਵੱਲੋਂ ਇਹ ਗੱਲ ਮੰਗੀ ਜਾਂਦੀ ਹੈ ਕਿ ਇੱਥੇ ਵੀ ਧਰਮ ਕਾਨੂੰਨ ਜਿਹੜੇ ਨੇ ਉਹ ਧਰਮ ਰੋਕੂ ਕਾਨੂੰਨ, ਧਰਮ ਬਦਲੀ ਕਾਨੂੰਨ ਰੋਕੂ ਉਹ ਲਾਗੂ ਕੀਤੇ ਜਾਣ, ਤੇ ਇਹੋ ਜਿਹੀ ਮੂਰਖਤਾ ਜੇਕਰ ਅਸੀਂ ਕਰਦੇ ਹਾਂ ਤਾਂ ਅਸੀਂ ਸਿੱਖ ਦਿਵਾਉਣ ਦੇ ਯੋਗ ਨਹੀਂ ਹਾਂ। ਅਸੀਂ ਗੁਰੂ ਦੀ ਵਿਚਾਰਧਾਰਾ ਨੂੰ ਪਿੱਠ ਦੇ ਰਹੇ ਹਾਂ। ਬਿਲਕੁਲ। ਵੈਸੇ ਤਾਂ ਜਦੋਂ ਤੁਸੀਂ ਗੱਲ ਕਰਦੇ ਹੋ ਕਿ ਆਜ਼ਾਦ ਸੋਚ ਜਿਹੜੀ ਹੈ, ਧਰਮ ਦੀ ਆਜ਼ਾਦੀ ਜਿਹੜੀ ਉਹ ਹੋਣੀ ਚਾਹੀਦੀ ਹੈ, ਇਸ ਕਰਕੇ ਕਾਨੂੰਨ ਨਹੀਂ ਬਣਨੇ ਚਾਹੀਦੇ, ਪਰ ਫਿਰ ਇੱਥੇ ਸਵਾਲ ਹੁਣ ਕਈਆਂ ਨੇ ਇਹ ਕਰਨਾ ਕਿ ਜਦੋਂ ਕੋਈ ਇਸ ਤਰ੍ਹਾਂ ਮਤਲਬ ਕਿ ਨਿਕਾਹ ਕਰਦਾ ਹੈ ਜਾਂ ਕੋਈ ਕੁੜੀ ਆਪਣਾ ਹਮਸਫਰ ਚੁਣਨਾ ਚਾਹੁੰਦੀ ਹੈ, ਭਾਵੇਂ ਉਹ ਸਿੱਖਾਂ ਦੀ ਹੋਵੇ ਭਾਵੇਂ ਉਧਰ ਮੁਸਲਿਮ ਭਾਈਚਾਰੇ ਦੀ ਹੋਵੇ, ਜਦੋਂ ਇਹ ਇੱਧਰ ਤੋਂ ਉੱਧਰ ਧਰਮ ਤਬਦੀਲੀਆਂ ਮਤਲਬ ਇਸ ਤਰ੍ਹਾਂ ਚੱਲਦੀਆਂ ਨੇ, ਫਿਰ ਉਹਨਾਂ ਦੀ ਆਜ਼ਾਦੀ ਦੇ ਉੱਤੇ ਰੋਕ ਕਿਉਂ ਹੈ? ਕਿਉਂਕਿ ਇਹਨੂੰ ਪੱਛਮੀ ਸੱਭਿਅਤਾ ਦੇ ਨਾਲ ਵੀ ਜੋੜ ਕੇ ਦੇਖਦੇ ਨੇ ਕਿ ਇਹ ਆਜ਼ਾਦੀ ਹੈ, ਉਧਰਲੇ ਮੁਲਕਾਂ 'ਚ ਆਜ਼ਾਦੀ ਹੈ ਤਾਂ ਸਾਡੇ ਇੱਧਰ ਵੀ ਹੋਣੀ ਚਾਹੀਦੀ ਹੈ, ਨਾ ਕਿ ਇੱਥੇ ਅਸੀਂ ਮਤਲਬ ਕਿ ਜਿਵੇਂ ਕਤਲ ਕਰ ਦਿੱਤੇ ਜਾਂਦੇ ਨੇ ਲੜਕੀਆਂ ਦੇ, ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਅਣਖ ਦੇ ਨਾਂ ਦੇ ਉੱਤੇ। ਕੀ ਫਿਰ ਇਹ ਆਜ਼ਾਦੀ ਨਹੀਂ ਹੋਣੀ ਚਾਹੀਦੀ? ਬਿਲਕੁਲ। ਜਿਹੜੇ ਧਰਮ ਦੇ ਨਾਂ ਤੇ ਜੇਕਰ ਕੋਈ ਕਿਸੇ ਜਾਤੀ ਵਿੱਚ ਦੂਸਰੀ ਜਾਤੀ 'ਚ ਵਿਆਹ ਕਰਦਾ, ਉਹਨਾਂ ਦੇ ਕਤਲ ਹੋ ਜਾਂਦੇ ਨੇ, ਤਾਂ ਸਾਡਾ ਕਾਨੂੰਨ ਇਹ ਕਹਿੰਦਾ ਕਿ ਇਹ ਅਪਰਾਧ ਹੈ ਔਰ ਧਰਮ ਵੀ ਕਹਿੰਦਾ ਅਪਰਾਧ ਹੈ। ਹਰੇਕ ਨੂੰ ਆਪਣਾ ਵਰ ਚੁਣਨ ਦਾ, ਆਪਣਾ ਧਰਮ ਚੁਣਨ ਦਾ ਅਧਿਕਾਰ ਹੋਣਾ ਚਾਹੀਦਾ ਹੈ। ਜੇਕਰ ਕੋਈ ਆਪਣੇ ਧਰਮ ਵਿੱਚ ਨਹੀਂ ਰਹਿਣਾ ਚਾਹੁੰਦਾ ਉਹ ਚਲਾ ਜਾਵੇ।
ਜੇ ਰਹਿਣਾ ਚਾਹੁੰਦਾ ਹੈ ਤੇ ਉਹ ਜੀ ਸਦਕੇ ਰਹੇ। ਇਹ ਸਿੱਖ ਧਰਮ ਦਾ ਅਸੂਲ ਹੈ। ਔਰ ਸਿੱਖ ਧਰਮ ਕਿਸੇ ਨੂੰ ਵੀ ਜਬਰੀ ਆਪਣੇ ਧਰਮ ਵਿੱਚ ਸ਼ਾਮਲ ਕਰਨ ਦੇ ਹੱਕ ਵਿੱਚ ਨਹੀਂਗਾ। ਔਰ ਸਿੱਖ ਧਰਮ ਵਿੱਚ ਕਦੇ ਵੀ ਧਰਮ ਬਦਲੀਆਂ ਨਹੀਂ ਹੋਈਆਂ, ਔਰ ਨਾ ਹੀ ਉਹ ਧਰਮ ਬਦਲੀ ਨੂੰ ਉਹਨਾਂ ਨੇ ਪ੍ਰਮਾਣਿਤ ਕੀਤਾ ਹੈ। ਜੇਕਰ ਹਿੰਦੂਆਂ ਦੇ ਵਿੱਚੋਂ ਸਿੱਖ ਬਣ ਕੇ ਆਏ, ਬਹੁਜਨਾਂ ਵਿੱਚੋਂ ਸਿੱਖ ਬਣ ਕੇ ਆਏ, ਤਾਂ ਉਹ ਆਪਣੇ ਆਪ ਬਣ ਕੇ ਆਏ ਨੇ, ਸਿੱਖ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਆਏ ਨੇ। ਉਹ ਇੱਕ ਜਿਹੜਾ ਇੱਕ ਬੁਨਿਆਦੀ ਅਸੂਲ ਹੈ, ਉਹ ਇੱਕ ਕੁਦਰਤੀ ਅਸੂਲ ਹੈ। ਕੁਦਰਤੀ ਢੰਗ ਨਾਲ ਜੇਕਰ ਕੋਈ ਧਰਮ ਬਦਲਦਾ ਹੈ, ਇਹਦੇ ਵਿੱਚ ਗੁਨਾਹ ਵੀ ਕੀ ਹੈ, ਤੇ ਉਹ ਹੋਣਾ ਚਾਹੀਦਾ। ਔਰ ਮਸਲਾ ਇਹ ਹੈ ਕਿ ਸਾਡੇ ਵਿੱਚੋਂ ਸਿੱਖ ਕਿਉਂ ਜਿਹੜੇ ਨੇ ਦੂਜੇ ਧਰਮਾਂ ਵੱਲ ਆਕਰਸ਼ਿਤ ਹੋ ਰਹੇ ਨੇ, ਚਾਹੇ ਉਹ ਬੱਚੀਆਂ ਨੇ, ਬੱਚੇ ਨੇ, ਕਿਉਂ ਹੋ ਰਹੇ ਨੇ? ਉਹਦਾ ਕਾਰਨ ਹੀ ਇਹ ਹੈ ਕਿ ਅਸੀਂ ਸਿੱਖ ਧਰਮ ਦੀ ਪਰਿਭਾਸ਼ਾ, ਸਿੱਖ ਧਰਮ ਦੇ ਅਸੂਲ, ਸਿੱਖ ਧਰਮ ਦਾ ਸੱਭਿਆਚਾਰ ਉਹਨਾਂ ਨੂੰ ਨਹੀਂ ਦੇ ਸਕੇ। ਔਰ ਗੁਰਦੁਆਰਿਆਂ ਵਿੱਚ ਵੀ ਇਹ ਪ੍ਰਸਾਰ ਨਹੀਂ ਹੋ ਰਿਹਾ ਕਿ ਅਸੀਂ ਸਿੱਖ ਧਰਮ ਦਾ ਪਹਿਰੇਦਾਰ ਕਿਵੇਂ ਬਣਨਾ। ਜੀ ਮੈਂ ਇੱਥੇ ਤੁਹਾਨੂੰ ਟੋਕਦਾ, ਮੈਨੂੰ ਥੋੜਾ ਜਿਹਾ ਇਸ ਗੱਲ ਦਾ ਕਲੀਅਰ ਕਰਿਓ ਕਿ ਜਦੋਂ ਅਸੀਂ ਕਹਿੰਦੇ ਆ ਕਿ ਸਾਡੇ ਵਿੱਚ ਕਮਜ਼ੋਰੀਆਂ ਨੇ, ਕਿ ਸਾਡੇ ਬੱਚੇ ਜਾਂ ਸਾਡੇ ਪਰਿਵਾਰ ਜਾਂ ਸਾਡੇ ਆਲੇ ਦੁਆਲੇ ਜਿੰਨੇ ਵੀ ਸਿੱਖ ਜੇ ਕੋਈ ਹੋਵੇ, ਜੇ ਕੋਈ ਉਧਰਲੇ ਪਾਸੇ ਨੂੰ ਪ੍ਰਭਾਵਿਤ ਹੁੰਦਾ ਦੂਜੇ ਧਰਮ ਦੇ, ਤਾਂ ਇਹ ਸਾਡੀਆਂ ਕਮਜ਼ੋਰੀਆਂ ਨੇ। ਤਾਂ ਜਦੋਂ ਦੂਸਰੇ ਧਰਮਾਂ ਦੇ ਵਿੱਚੋਂ ਕੋਈ ਆ ਕੇ ਸਿੱਖ ਧਰਮ ਨੂੰ ਅਪਣਾਉਂਦਾ ਹੈ ਤਾਂ ਫਿਰ ਅਸੀਂ ਵਾਹ-ਵਾਹ ਕਰਦੇ ਹਾਂ। ਫਿਰ ਰੌਲਾ ਕਿਉਂ ਇਸ ਗੱਲ ਦਾ? ਕਿਉਂ ਨਿਕਾਹ ਦੇ ਉੱਤੇ ਸਿਰਫ ਜਦੋਂ ਕੋਈ ਇਹੋ ਜਿਹਾ ਵਿਆਹ ਹੁੰਦਾ ਹੈ ਜਾਂ ਕੋਈ ਲੜਕੀ ਜਾਂ ਲੜਕਾ ਵਿਆਹ ਕਰਦੇ ਨੇ ਕਿਸੇ ਹੋਰ ਜਾਤ ਧਰਮ ਦੇ ਵਿੱਚ, ਫਿਰ ਉੱਥੇ ਰੌਲਾ ਕਿਉਂ ਪਾਇਆ ਜਾਂਦਾ? ਉੱਥੇ ਕਿਉਂ ਨਹੀਂ ਅਸੀਂ ਇਹਨਾਂ ਚੀਜ਼ਾਂ ਨੂੰ ਸਮਝਦੇ? ਦੇਖੋ ਜੀ, ਇੱਕ ਨਫ਼ਰਤ ਫੈਲਾਣਾ ਔਰ ਨਸਲਵਾਦ ਫੈਲਾਣਾ, ਇਹ ਤਾਂ ਬਹੁਤ ਵੱਡਾ ਗੁਨਾਹ ਹੈ। ਇਸ ਮਸਲੇ ਨੂੰ ਲੈ ਕੇ ਅਸੀਂ ਨਸਲਵਾਦ ਫੈਲਾਈਏ, ਕਿਸੇ ਦੂਜੇ ਧਰਮ ਵਿਰੁੱਧ ਨਫ਼ਰਤ ਕਰੀਏ ਕਿ ਉਹ ਸਾਡੀ ਲੜਕੀ ਨਾਲ ਉਹਨਾਂ ਨੇ ਵਿਆਹ ਕਰਾ ਲਿਆ, ਅਸੀਂ ਉਸ ਧਰਮ ਨਾਲ ਨਫ਼ਰਤ ਕਰਨ ਲੱਗ ਜੀ, ਇਹ ਤਾਂ ਗੁਨਾਹ ਹੈ। ਇਹ ਮਨੁੱਖਤਾ ਨਹੀਂ ਜੀ, ਨਾ ਇਹ ਸਿੱਖ ਧਰਮ ਦਾ ਅਸੂਲ ਹੈ। ਔਰ ਇਹ ਤਾਂ ਜਿਹੜੀ ਹੈ ਵੀ ਸਾਡੇ ਧਰਮ ਵਿੱਚ ਲੜਕੀ ਕਿਉਂ ਗਈ, ਇਹਦੇ ਕਾਰਨ ਤੇ ਸਾਨੂੰ ਲੱਭਣੇ ਹੀ ਪੈਣਗੇ ਵੀ ਸਾਡੇ ਵਿੱਚ ਕਮਜ਼ੋਰੀਆਂ ਕਿੱਥੇ ਨੇ। ਉਸ ਕਮਜ਼ੋਰੀਆਂ ਨੂੰ ਦੂਰ ਕਰਨਾ ਇਹ ਹਰੇਕ ਧਰਮ ਦਾ ਅਸੂਲ ਬਣਦਾ ਹੈ। ਔਰ ਹਰੇਕ ਧਰਮ ਦੀ ਜਿਹੜੀ ਹੈ ਗੱਲ ਬਣਦੀ ਹੈ ਕਿ ਉਹ ਆਪਣੇ ਵਿੱਚ ਜਿਹੜੀਆਂ ਦਿੱਕਤਾਂ ਨੇ, ਜਿਹੜੀਆਂ ਕਮਜ਼ੋਰੀਆਂ ਦੂਰ ਕਰੇ। ਸਿੱਖ ਧਰਮ ਨੂੰ ਵੀ ਉਹ ਕਮਜ਼ੋਰੀਆਂ ਬਾਰੇ ਜਿਹੜੀ ਉਹ ਚਰਚਾ ਕਰਨੀ ਬਣਦੀ ਹੈ ਕਿ ਇਹ ਜਿਹਾ ਕਿਉਂ ਹੋ ਰਿਹਾ। ਇਹ ਮਨੁੱਖਤਾ ਦੇ ਅਸੂਲ ਵੀ ਹਨ। ਇਹਦੇ ਨਾਲ ਕੋਈ ਜਿਹੜਾ ਹੈ ਦੂਜੇ ਭਾਈਚਾਰੇ ਲਈ ਦਿੱਕਤ ਪੈਦਾ ਨਹੀਂ ਹੁੰਦੀ। ਦਿੱਕਤ ਉਦੋਂ ਪੈਦਾ ਹੁੰਦੀ ਹੈ ਜਦੋਂ ਅਸੀਂ ਇਸ ਮਸਲੇ ਨੂੰ ਲੈ ਕੇ ਦੂਜੇ ਧਰਮਾਂ ਵਿਰੁੱਧ ਨਫ਼ਰਤ ਫੈਲਾਉਂਦੇ ਹਾਂ। ਨਫ਼ਰਤ ਨਹੀਂ ਫੈਲਾਉਣੀ ਚਾਹੀਦੀ। ਔਰ ਜਿਹੜਾ ਸਿੱਖ ਜਿਹੜਾ ਸੱਭਿਆਚਾਰ ਹੈ, ਸਿੱਖ ਧਰਮ ਹੈ, ਸਿੱਖ ਵਿਚਾਰ ਹੈ, ਉਹ ਮਾਨਸ ਕੀ ਜਾਤ ਇੱਕ ਪਹਿਚਾਨੋ ਵਿੱਚੋਂ ਪ੍ਰਗਟ ਹੋਇਆ। ਤਾਂ ਸੋ ਸਾਨੂੰ ਇਸ ਮਾਨਸ ਕੀ ਜਾਤ ਸਭੇ ਇੱਕੋ ਪਹਿਚਾਨੋ ਦੀ ਵਿਚਾਰਧਾਰਾ ਤੇ ਪਹਿਰੇਦਾਰੀ ਬਣ ਕੇ ਨਸਲਵਾਦ ਦੀ ਜਿਹੜੀ ਹੈ ਇੱਕ ਤਰ੍ਹਾਂ ਦਾ ਜਿਹੜਾ ਵਾਇਰਸ ਹੈ ਉਹ ਨਹੀਂ ਫੈਲਾਉਣਾ ਚਾਹੀਦਾ ਦੂਸਰੇ ਧਰਮਾਂ ਵਿਰੁੱਧ। ਸਾਨੂੰ ਭਾਈਚਾਰਕ ਤੌਰ ਤੇ ਇਹ ਮਸਲੇ ਹੱਲ ਕਰਨੇ ਚਾਹੀਦੇ। ਜਦੋਂ ਪ੍ਰੋਫੈਸਰ ਸਾਹਿਬ ਇਹ ਸਵਾਲ ਉੱਠਦਾ ਹੈ, ਉਹਨਾਂ ਲੜਕੀਆਂ ਨੂੰ ਪੁੱਛਿਆ ਜਾਂਦਾ ਹੈ ਕਿ ਤੁਸੀਂ ਇਸ ਤਰ੍ਹਾਂ ਕਿਉਂ ਨਿਕਾਹ ਕੀਤਾ ਜਾਂ ਤੁਸੀਂ ਕਿਸੇ ਹਿੰਦੂ ਨਾਲ ਵਿਆਹ ਕਿਉਂ ਕੀਤਾ, ਇਸ ਤਰੀਕੇ ਦੇ ਜਦੋਂ ਸਵਾਲ ਉੱਠਦੇ ਨੇ ਤਾਂ ਉਹ ਕਹਿੰਦੀਆਂ ਨੇ ਕਿ ਅਸੀਂ ਬਾਲਗ ਹਾਂ, ਸਾਡਾ ਅਧਿਕਾਰ ਹੈ, ਅਸੀਂ ਆਜ਼ਾਦ ਤੌਰ ਦੇ ਉੱਤੇ ਆਪਣੇ ਜਿਹੜੇ ਫੈਸਲੇ ਲੈ ਸਕਦੀਆਂ ਉਹਦੇ ਲਈ ਕਾਬਲ ਆ, ਅਸੀਂ ਇਸ ਪਾਸੇ ਵੱਲ ਜਾਣ ਨੂੰ ਸਾਨੂੰ ਕਿਸੇ ਨੇ ਫੋਰਸ ਨਹੀਂ ਕੀਤਾ। ਫਿਰ ਉੱਥੇ ਕੀ ਕੀਤਾ ਜਾਏ? ਫਿਰ ਉੱਥੇ ਤੁਸੀਂ ਕਿੱਦਾਂ ਉਹਨਾਂ ਨੂੰ ਧਰਮ ਦੇ ਅਕੋਰਡਿੰਗ ਸਮਝਾ ਸਕਦੇ ਹੋ, ਕਿੱਦਾਂ ਉਹਨੂੰ ਪਰਿਵਾਰਕ ਤੌਰ ਤੇ ਸਮਝਾ ਸਕਦੇ ਹੋ? ਜਦੋਂ ਉਹਦਾ ਫੈਸਲਾ ਹੈ ਕਿ ਮੈਂ ਆਜ਼ਾਦ ਆ, ਆਪਣੇ ਫੈਸਲੇ ਲੈ ਲਏ, ਤਾਂ ਉਹਨੂੰ ਉਹਦੀ ਜ਼ਿੰਦਗੀ ਤੇ ਕਿਉਂ ਨਹੀਂ ਛੱਡ ਦਿੱਤਾ ਜਾਂਦਾ? ਉਹਦੇ ਫੈਸਲਿਆਂ ਤੇ ਕਿਉਂ ਨਹੀਂ ਛੱਡ ਦਿੱਤਾ ਜਾਂਦਾ? ਮੈਂ ਕਹਿੰਦਾ ਉਹਨਾਂ ਨੂੰ ਆਪਣੇ ਫੈਸਲਿਆਂ ਤੇ ਹੀ ਛੱਡ ਦੇਣਾ ਚਾਹੀਦਾ। ਇਹਦੇ ਦਿੱਕਤ ਕੀ ਹੈ ਸਾਡੇ ਲਈ? ਸਾਡੀ ਦਿੱਕਤ, ਸਾਡੀ ਪਰੇਸ਼ਾਨੀ ਦਾ ਮਸਲਾ ਇਹ ਹੈ ਕਿ ਅਸੀਂ ਆਪਣੇ ਧਰਮ ਦੇ ਪਹਿਰੇਦਾਰ ਨਹੀਂ ਬਣ ਸਕਦੇ। ਸਾਡੇ ਧਰਮ ਦੇ ਵਿੱਚ ਕੁਝ ਨਾ ਕੁਝ ਇਹੋ ਜਿਹੀਆਂ ਕੁਝ ਇਹੋ ਜਿਹੇ ਮੁਸੀਬਤਾਂ ਬਣ ਰਹੀਆਂ ਨੇ, ਕੁਝ ਇਹੋ ਜਿਹੇ ਸੰਕਟ ਪੈਦਾ ਹੋ ਰਹੇ ਨੇ ਕਿ ਅਸੀਂ ਆਪਣੇ ਸੱਭਿਆਚਾਰ ਦੇ ਉੱਤੇ ਪਹਿਰੇਦਾਰੀ ਨਹੀਂ ਕਰ ਸਕੇ। ਔਰ ਸਾਡੇ ਅੰਦਰ, ਸਾਡੇ ਸਿੱਖ ਧਰਮ ਵਿੱਚ ਸਿਆਸਤ ਜ਼ਿਆਦਾ ਭਾਰੂ ਹੋ ਰਹੀ ਹੈ, ਜੋ ਭ੍ਰਿਸ਼ਟਾਚਾਰੀ ਵੀ ਹੈ, ਜੋ ਗੈਰ ਸਿਧਾਂਤਕ ਹੈ, ਜੋ ਗਲਤ ਮਸਲੇ ਕਰਦੀ ਹੈ ਔਰ ਸਿੱਖ ਧਰਮ ਨੂੰ ਗੁੰਮਰਾਹ ਕਰਦੀ ਹੈ। ਔਰ ਜਿੰਨਾ ਚਿਰ ਤੱਕ ਅਸੀਂ ਆਪਣੇ ਅਸੂਲ, ਜਿਹੜੇ ਪੁਰਾਤਨ ਅਸੂਲ ਜਿਹੜੇ ਗੁਰੂਆਂ ਦੇ ਦਿੱਤੇ ਨੇ, ਜਿਹੜੇ 18ਵੀਂ ਸਦੀ ਤੱਕ ਚੱਲਦੇ ਆਏ ਨੇ, ਉਹਨਾਂ ਨੂੰ ਬਹਾਲ ਨਹੀਂ ਕਰਾਂਗੇ ਤਾਂ ਸਾਨੂੰ ਇਹੋ ਜਿਹੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਏਗਾ। ਯੂਥ ਕਿਉਂ ਧਰਮ ਤੋਂ ਬਾਗੀ ਹੋ ਰਿਹਾ? ਉਹਦਾ ਕਾਰਨ ਹੀ ਇਹ ਹੈ ਕਿ ਅਸੀਂ ਆਪਣੇ ਅਸੂਲਾਂ ਤੇ ਪਹਿਰੇ ਨਹੀਂ ਦੇ ਰਹੇ। ਔਰ ਮਾਡਰਨ ਜਿਹੜਾ ਸੱਭਿਆਚਾਰ ਹੈ ਉਹਨਾਂ ਨੂੰ ਜ਼ਿਆਦਾ ਪ੍ਰਭਾਵਿਤ ਕਰ ਰਿਹਾ। ਮਾਡਰਨ ਸੱਭਿਆਚਾਰ ਤੋਂ ਬਚਣ ਦੀ ਇੱਕੋ ਹੀ ਲੋੜ ਹੈ ਕਿ ਅਸੀਂ ਆਪਣੇ ਗਿਆਨ ਸਿਲੇਬਸ ਮਜ਼ਬੂਤ ਕਰੀਏ,
ਜਿਹੜਾ ਸਾਡਾ ਸੱਭਿਆਚਾਰ ਹੈ ਉਹਨੂੰ ਮਜ਼ਬੂਤ ਕਰੀਏ, ਆਪਣੇ ਨੌਜਵਾਨਾਂ ਤੱਕ ਪਸਾਰੀਏ। ਕਿੰਨੇ ਕੁ ਜਿਹੜੇ ਸਿੱਖ ਨੇ ਆਪਣੇ ਇਤਿਹਾਸ ਨੂੰ ਪੜ੍ਹਦੇ ਨੇ, ਨਾ ਬਜ਼ੁਰਗ ਪੜ੍ਹ ਰਹੇ ਨੇ, ਨਾ ਜਿਹੜੇ ਨੇ ਨੌਜਵਾਨ ਯੂਥ ਪੜ੍ਹ ਰਿਹਾ। ਆਪਣੇ ਅਸੂਲਾਂ ਤੋਂ ਟੁੱਟਿਆ ਹੋਇਆ, ਆਪਣੇ ਸਿੱਖ ਸੱਭਿਆਚਾਰ ਤੋਂ ਟੁੱਟਿਆ, ਆਪਣੇ ਸਿੱਖ ਦਾਰਸ਼ਨਿਕਤਾ ਤੋਂ ਟੁੱਟਿਆ, ਇੱਕ ਆਪਣੇ ਇਤਿਹਾਸ ਤੋਂ ਟੁੱਟਿਆ। ਜਦ ਉਹਨੂੰ ਆਪਣੇ ਇਤਿਹਾਸ ਬਾਰੇ ਜਾਣਕਾਰੀ ਨਹੀਂ ਹੈ, ਜਦ ਕਿ ਉਸ ਨੂੰ ਆਪਣੇ ਦਾਰਸ਼ਨਿਕਤਾ ਬਾਰੇ ਜਾਣਕਾਰੀ ਨਹੀਂ ਹੈ ਕਿ ਸਾਡਾ ਦਰਸ਼ਨ ਕੀ ਹੈ, ਸਾਡੀ ਵਿਚਾਰਧਾਰਾ ਕੀ ਹੈ, ਸਾਡਾ ਧਰਮ ਦੇ ਅਸੂਲ ਕੀ ਨੇ, ਤਾਂ ਉਹ ਜਿਹੜਾ ਹੈ ਉਹ ਮਾਡਰਨ ਸੱਭਿਆਚਾਰ ਵਿੱਚ ਆ ਕੇ ਤੇ ਉਹ ਇਹੋ ਜਿਹੇ ਫੈਸਲੇ ਲਵੇਗਾ ਹੀ। ਇਸ ਦੀ ਜਿਹੜੀ ਹੈ ਪੁੱਛਗਿੱਛ ਤਾਂ ਉਹਨਾਂ ਧਾਰਮਿਕ ਲੀਡਰਾਂ ਨੂੰ ਹੋਣਾ ਚਾਹੀਦੀ ਹੈ ਜਿਹੜੇ ਪੰਥ ਦੇ ਵੱਡੇ ਨਾਅਰੇ ਮਾਰਦੇ ਨੇ, ਜਿਹੜੇ ਇਹ ਗੱਲ ਕਹਿੰਦੇ ਨੇ ਕਿ ਅਸੀਂ ਪੰਥ ਦੇ ਨਾਂ ਤੇ ਸਿਆਸਤ ਕਰਦੇ ਹਾਂ। ਔਰ ਜਿਹੜੇ ਅਕਾਲ ਤਖਤ ਦੇ ਕਾਬਜ ਨੇ, ਜਿਹੜੇ ਸ਼੍ਰੋਮਣੀ ਕਮੇਟੀ ਦੇ ਕਾਬਜ ਨੇ, ਜਿਹੜੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਬਜ ਨੇ, ਉਹਨਾਂ ਨੂੰ ਕਟਹਿਰੇ ਵਿੱਚ ਖੜਾ ਕਰਨਾ ਚਾਹੀਦਾ ਵੀ ਦੱਸੋ ਕਿ ਸਿੱਖ ਨੌਜਵਾਨ ਕਿਉਂ ਗੁੰਮਰਾਹ ਹੋ ਰਿਹਾ ਹੈ। ਇਹਦੇ ਪਿੱਛੇ ਇਹ ਜਾਂਚਣ ਦੀ ਲੋੜ ਹੈ ਕਿ ਇਹ ਲੋਕ ਧਰਮ ਦੇ ਔਰ ਪੰਥ ਦੇ ਨਾਅਰੇ ਮਾਰ ਕੇ ਔਰ ਸਿੱਖਾਂ ਨੂੰ ਗੁੰਮਰਾਹ ਕਰਦੇ ਨੇ, ਪਰ ਸਿੱਖਾਂ ਦੇ ਪ੍ਰਤੀ, ਸਿੱਖ ਇਤਿਹਾਸ ਦੇ ਪ੍ਰਤੀ ਇਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ। ਔਰ ਨਾ ਇਹ ਸਿੱਖ ਵਿਦਿਅਕ ਪ੍ਰਣਾਲੀ ਸਿਰ ਸਕੇ, ਨਾ ਇਹ ਜਿਹੜਾ ਸਿੱਖ ਹੈਲਥ ਪ੍ਰਣਾਲੀ ਸਿਰ ਸਕੇ ਹਨ, ਜਿਹਦੇ ਤੇ ਅਸੀਂ ਦਾਅਵਾ ਕਰ ਸਕੀਏ ਅਸੀਂ ਬਹੁਤ ਜ਼ਿਆਦਾ ਅਮੀਰ ਸੱਭਿਆਚਾਰ ਦੇ ਲੋਕ ਹਾਂ। ਇਹਦੇ ਨਾਲ ਤਾਂ ਈਸਾਈ ਜ਼ਿਆਦਾ ਕੰਮ ਕਰ ਚੁੱਕੇ ਨੇ ਸਾਡੇ ਨਾਲ। ਇਸੇ ਕਰਕੇ ਜਿਹੜਾ ਸਾਡਾ ਜਿਹੜਾ ਨਿਤਾਣਾ ਵਰਗ ਹੈ, ਗਰੀਬ ਵਰਗ ਹੈ, ਉਧਰ ਝੁਕ ਰਿਹਾ। ਜਦੋਂ ਤੁਸੀਂ ਕੋਈ ਆਪਣੇ ਧਾਰਮਿਕ ਅਸੂਲਾਂ ਤੇ ਕਾਇਮ ਨਹੀਂ ਰਹਿ ਸਕਦੇ, ਆਪਣੇ ਸੱਭਿਆਚਾਰ ਕਾਨੂੰਨਾਂ ਦੇ ਨਹੀਂ ਕਾਇਮ ਰਹਿ ਸਕਦੇ, ਤੇ ਤੁਹਾਡੇ ਨਾਲ ਇਹ ਵਰਤਾਰਾ ਵਾਪਰਨਾ ਯਕੀਨੀ ਹੈ। ਸਾਨੂੰ ਆਪਣੀ ਲੀਡਰਸ਼ਿਪ ਨੂੰ ਪਛਾਣਨ ਦੀ ਲੋੜ ਹੈ ਕਿ ਉਹ ਸਾਨੂੰ ਕਿੱਧਰ ਲੈ ਕੇ ਜਾ ਰਹੀ ਹੈ। ਪਰ ਪ੍ਰੋਫੈਸਰ ਸਾਹਿਬ, ਇਹ ਪ੍ਰੇਮ ਵਿਆਹ ਦਾ ਜਿਹੜਾ ਕਨਸੈਪਟ ਹੈ ਪੂਰੀ ਦੁਨੀਆ ਦੇ ਵਿੱਚ ਹੈ। ਅਸੀਂ ਕਿਸੇ ਵੀ ਮੁਲਕ ਦੇ ਵਿੱਚ ਦੇਖ ਲਈਏ, ਪਾਕਿਸਤਾਨ ਦੇ ਵਿੱਚ ਦੇਖ ਲਓ, ਉੱਥੇ ਵੀ ਪ੍ਰੇਮ ਵਿਆਹ ਹੁੰਦੇ ਨੇ ਸਿੱਖ ਕੁੜੀਆਂ ਦੇ। ਪਿੱਛੇ ਜੇ ਇੱਕ ਕਾਫੀ ਰੌਲਾ ਰੱਪਾ ਪਿਆ, ਗ੍ਰੰਥੀ ਸਿੰਘ ਦੀ ਲੜਕੀ ਨੇ ਇਸ ਤਰ੍ਹਾਂ ਨਿਕਾਹ ਕੀਤਾ, ਜਾਂ ਹੋਰ ਬਾਹਰਲੇ ਮੁਲਕਾਂ ਦੇ ਵਿੱਚ ਹਰੇਕ ਧਰਮ ਦੇ ਵਿੱਚ ਇਹ ਹੁੰਦਾ ਹੈ। ਸਾਡੇ ਇੱਥੇ ਭਾਰਤ ਦੇ ਵਿੱਚ ਵੀ ਮੈਂ ਦੇਖਿਆ ਕਈ ਹਿੰਦੂ ਪਰਿਵਾਰ ਉਹ ਈਸਾਈ ਧਰਮ ਨੂੰ ਅਪਣਾ ਚੁੱਕੇ ਨੇ, ਕਈ ਅਪਣਾ ਰਹੇ ਨੇ, ਜਾਂ ਤੁਸੀਂ ਵੀ ਦੇਖਿਆ ਸੁਣਿਆ ਹੋਣਾ। ਪਰ ਇਹ ਸਾਰਾ ਰੌਲਾ ਸਿੱਖ ਪੰਥ ਹੀ ਕਿਉਂ ਇੰਨੇ ਵੱਡੇ ਪੱਧਰ ਤੇ ਪਾਉਂਦਾ? ਸਭ ਤੋਂ ਵੱਡੀ ਚਰਚਾ ਜਿਹੜੀ ਹੈ ਨੈਸ਼ਨਲ ਚੈਨਲਾਂ ਦੇ ਉੱਤੇ ਵੀ ਇਸ ਮਸਲੇ ਨੂੰ ਲੈ ਕੇ ਚਰਚਾ ਹੋਈ ਹੈ। ਬਾਕੀ ਧਰਮਾਂ ਜਾਤਾਂ ਦੇ ਵਿੱਚ ਵੀ ਇਹੋ ਜਿਹਾ ਕੁਝ ਹੁੰਦਾ ਰਹਿੰਦਾ, ਪਰ ਉਹ ਮੈਨੂੰ ਨਹੀਂ ਲੱਗਦਾ ਕਦੇ ਮੀਡੀਆ ਦੇ ਵਿੱਚ ਇੰਨਾ ਹਾਈਲਾਈਟ ਹੋਇਆ ਹੋਣਾ ਜਿੰਨਾ ਸਿੱਖ ਧਰਮ ਦਾ ਹਾਈਲਾਈਟ ਹੁੰਦਾ। ਕੀ ਲੱਗਦਾ ਇਹਦੇ ਪਿੱਛੇ ਸਰਕਾਰਾਂ ਦੀ ਕੋਈ ਚਾਲ? ਕਿਉਂਕਿ ਉਹ ਸਰਕਾਰਾਂ, ਕਿਉਂਕਿ ਇਹ ਮਸਲਾ ਸਿਰਸਾ ਸਾਹਿਬ ਲੈ ਕੇ ਗਏ ਕੇਂਦਰ ਸਰਕਾਰ ਕੋਲ। ਕੇਂਦਰ ਸਰਕਾਰ ਜਿਹੜੀ ਬੀਜੇਪੀ ਸਰਕਾਰ ਹੈ, ਜਿਹਦੇ ਉੱਤੇ ਆਲਰੇਡੀ ਇਲਜ਼ਾਮ ਲੱਗਦੇ ਨੇ ਕਿ ਸਿੱਖਾਂ ਨੂੰ ਅਣਗੌਲਿਆ ਕੀਤਾ ਜਾਂਦਾ ਹੈ, ਸਿੱਖ ਸੱਭਿਆਚਾਰ ਨੂੰ ਜਿਹੜਾ ਉਹ ਨਹੀਂ ਮੰਨਦੇ। ਤੇ ਇਧਰਲੇ ਪਾਸੇ ਇਹ ਮਸਲੇ ਨੂੰ ਇੰਨੇ ਵੱਡੇ ਪੱਧਰ ਤੇ ਹਾਈਲਾਈਟ ਕਰ ਦੇਣਾ ਕਿ ਦੁਨੀਆ ਭਰ ਦੇ ਨਕਸ਼ੇ ਤੇ ਛਾ ਜਾਣਾ ਕਿ ਦੇਖੋ ਭਾਰਤ ਦੇ ਵਿੱਚ ਧਰਮ ਤਬਦੀਲੀ, ਇੱਕ ਸਿੱਖ ਕੁੜੀ ਨੇ ਇੱਕ ਮੁਸਲਿਮ ਬਜ਼ੁਰਗ ਦੇ ਨਾਲ ਨਿਕਾਹ ਕਰ ਲਿਆ। ਦੇਖੋ, ਇਹ ਜਿਹੜੇ ਸਿੱਖ ਲੀਡਰਸ਼ਿਪ ਹੈ, ਜਿਹੜੀ ਬਾਦਲਾਂ ਵੱਲੋਂ ਥੋਪੀ ਹੋਈ ਧਾਰਮਿਕ ਲੀਡਰਸ਼ਿਪ ਹੈ, ਇਹ ਸਿੱਖਾਂ ਨੂੰ ਹੀ ਗੁੰਮਰਾਹ ਕਰ ਰਹੀ ਹੈ। ਔਰ ਵੱਡੀ ਗੱਲ ਹੈ ਕਿ ਇਹਨਾਂ ਨੇ ਕਦੇ ਪਕੀਜ਼ਗੀ ਦੇ ਨਾਲ, ਕਦੀ ਸੁਹਿਰਤਾ ਦੇ ਨਾਲ ਸਿੱਖ ਧਰਮ ਦੇ ਮਸਲਿਆਂ ਨੂੰ ਨਾ ਹੱਲ ਕੀਤਾ। ਇਹਨਾਂ ਨੇ ਸਮੱਸਿਆ ਹੀ ਪੈਦਾ ਕੀਤੀਆਂ ਨੇ। ਹੁਣ ਵੀ ਇਹ ਸਮੱਸਿਆ ਪੈਦਾ ਕਰ ਰਹੇ ਨੇ ਕਿ ਸਿੱਖਾਂ ਦੀਆਂ ਕੁੜੀਆਂ ਨੂੰ ਮੁਸਲਮਾਨ ਚੱਕ ਰਹੇ ਨੇ। ਇਹੋ ਜਿਹਾ ਜਿਹੜਾ ਸੁਨੇਹਾ ਜਾ ਰਿਹਾ। ਔਰ ਸਿੱਖ ਧਰਮ ਦੀਆਂ ਜਿਹੜੀਆਂ ਕੁੜੀਆਂ ਨੇ ਉਹ ਆਟੇ ਦੀਆਂ ਚਿੜੀਆਂ ਨੇ ਕਿ ਬਾਹਰ ਰੱਖੋ ਤਾਂ ਕਾਂ ਖਾਂਦੇ ਨੇ, ਅੰਦਰ ਰੱਖੋ ਤੇ ਚੂਹੇ ਖਾਂਦੇ ਨੇ। ਕਿ ਇੰਨੀ ਸਾਡੀ ਕਮਜ਼ੋਰੀ ਜਿਹੜੀ ਹੈ ਇਹ ਦਰਸਾ ਰਹੇ ਨੇ। ਔਰ ਇਹ ਜਿਹੜਾ ਮਸਲਾ ਹੈ ਸਿੱਖ ਧਰਮ ਦੀ ਬੇਦਬੀ ਵਾਲਾ ਮਸਲਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਔਰ ਇਹਦੇ ਨਾਲ ਸਿੱਖ ਧਰਮ ਦੀ ਜਿਹੜੀ ਹੈ ਉਹ ਸਾਰੇ ਵਰਲਡ ਦੇ ਵਿੱਚ ਬੇਇੱਜ਼ਤੀ ਹੋ ਰਹੀ ਹੈ ਕਿ ਸਿੱਖ ਧਰਮ ਆਪਣੀਆਂ ਲੜਕੀਆਂ ਵੀ ਨਹੀਂ ਸਾਂਭ ਸਕਦਾ। ਇਹੋ ਜਿਹਾ ਸੁਨੇਹਾ ਜਾ ਰਿਹਾ। ਜਦ ਕਿ ਇਸ ਨੂੰ ਭਾਈਚਾਰਕ ਤੌਰ ਤੇ ਨਿਪਟਾ ਲਿਆ ਜਾਂਦਾ, ਮੀਡੀਆ ਵਿੱਚ ਨਾ ਆਇਆ ਜਾਂਦਾ, ਤਾਂ ਇਹ ਮਸਲਾ ਬਹੁਤ ਵਧੀਆ ਢੰਗ ਦੇ ਨਾਲ ਅਸੀਂ ਸੁਲਝਾ ਸਕਦੇ ਸੀ। ਇਹ ਸੁਲਝਾਇਆ ਨਹੀਂ ਗਿਆ ਕਿਉਂਕਿ ਇਹਨਾਂ ਨੂੰ ਫੋਟੋਆਂ ਖਿਚਾਉਣ ਦਾ ਔਰ ਅਖਬਾਰਾਂ ਵਿੱਚ ਜਾਣ ਦਾ ਬਹੁਤ ਸ਼ੌਂਕ ਹੈ, ਤਾਂ ਜੋ ਦਰਸਾ ਸਕਣ ਕਿ ਅਸੀਂ ਸਿੱਖ ਧਰਮ ਦੇ ਮਸਲੇ ਐ ਝਟਪਟ ਚੁਟਕੀਆਂ ਦੇ ਨਾਲ ਹੱਲ ਕਰਦੇ ਹਾਂ, ਜਦ ਕਿ ਇਹ ਸਿੱਖ ਧਰਮ ਦੇ ਲਈ ਸਮੱਸਿਆ ਪੈਦਾ ਕਰ ਰਹੇ ਨੇ। ਬਿਲਕੁਲ 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 ਜੀ। ਸ਼ੁਕਰੀਆ ਪ੍ਰੋਫੈਸਰ ਸਾਹਿਬ, ਧੰਨਵਾਦ ਸਮਾਂ ਦੇਣ ਲਈ। ਸੋ ਮੇਰੇ ਨਾਲ ਮੌਜੂਦ ਸਨ ਸਿੱਖ ਵਿਦਵਾਨ ਪ੍ਰੋਫੈਸਰ ਬਲਵਿੰਦਰਪਾਲ ਸਿੰਘ। ਮਸਲਾ ਬੇहद ਗੰਭੀਰ ਹੈ। ਇਹਦੇ ਉੱਤੇ ਜਿੰਨੀ ਚਰਚਾ ਕੀਤੀ ਜਾਏ ਉਨੀ ਥੋੜੀ ਹੈ, ਕਿਉਂਕਿ ਸਵਾਲ ਬਹੁਤ ਪੈਦਾ ਹੁੰਦੇ ਨੇ। ਸੋਸ਼ਲ ਮੀਡੀਆ ਦੇ ਉੱਤੇ ਵੀ ਸਵਾਲ ਬਹੁਤ ਲੋਕ ਉਠਾ ਰਹੇ ਨੇ ਕਿ ਆਖਿਰਕਾਰ ਰੌਲਾ ਕਿਉਂ ਪਿਆ।
ਸਿੱਖ ਧਰਮ ਦੇ ਵਿੱਚ ਜਦੋਂ ਇਹ ਧਰਮ ਤਬਦੀਲੀ ਹੋ ਰਹੀ ਹੈ, ਸਾਰੇ ਧਰਮਾਂ ਦੇ ਵਿੱਚ ਹੁੰਦੀ ਹੈ, ਪਰ ਇੱਕ ਮੁਸਲਮਾਨ ਭਾਈਚਾਰੇ ਨੂੰ ਕਿਤੇ ਤੁਸੀਂ ਨਜ਼ਦੀਕ ਲਾ ਕੇ ਰੱਖਦੇ ਹੋ, ਕਿਤੇ ਜਦੋਂ ਇਹੋ ਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਤਾਂ ਦੋਹਾਂ ਭਾਈਚਾਰਿਆਂ ਦੇ ਵਿੱਚ ਸਵਾਲ ਜਿਹੜੇ ਨੇ ਇੱਕ ਦੂਜੇ ਦੇ ਪ੍ਰਤੀ ਪੈਦਾ ਹੁੰਦੇ ਨੇ। ਇਸ ਕਰਕੇ ਇਹਨਾਂ ਮਸਲਿਆਂ ਨੂੰ ਗੰਭੀਰਤਾ ਨਾਲ ਸੋਚਣ ਤੇ ਸਮਝਣ ਦੀ ਜ਼ਰੂਰਤ ਹੈ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਪੰਜਾਬਿਸਤਾਨ ਟੀਵੀ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।